ਹੈਲਥ ਪ੍ਰੈਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਲੁਧਿਆਣਾ ਡੈਂਟਲ ਸੈਂਟਰ 1F ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ। ਸਾਡੀ ਟੀਮ ਨੇ ਡਾਕਟਰ ਬਿਕਰਮਜੀਤ ਸਿੰਘ ਢਿੱਲਰ ਨਾਲ ਗੱਲਬਾਤ ਕੀਤੀ ਜੋ ਕਿ ਪ੍ਰੋਸਥੋਡੋਂਟਿਸਟ ਔਰ ਇੰਪਲਾਂਟੋਲੋਜਿਸਟ ਨੇ। ਡਾਕਟਰ ਸਾਹਿਬ ਨੇ ਦੰਦਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਨਿਵਾਰਨ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਆਓ ਕਰਦੇ ਹਾਂ ਡਾਕਟਰ ਬਿਕਰਮਜੀਤ ਸਿੰਘ ਢਿੱਲੋਂ ਨਾਲ ਗੱਲਬਾਤ। ਤੁਹਾਡਾ ਸਵਾਗਤ ਹੈ। ਅੱਜ ਅਸੀਂ ਫਿਰ ਆਏ ਹਾਂ ਲੁਧਿਆਣਾ ਡੈਂਟਲ ਕਲੀਨਿਕ, ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਆਪਣਾ ਲੁਧਿਆਣਾ ਵਿਖੇ ਪੱਖੋਵਾਲ ਰੋਡ ਤੇ। ਡਾਕਟਰ ਤੁਹਾਡਾ ਸਵਾਗਤ ਹੈ ਤੁਹਾਡੇ ਸਪੈਸ਼ਲ ਸ਼ੋਅ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਕੋਵਿਡ-19 ਦੀ ਆਪਾਂ ਗੱਲ ਕਰੀਏ, ਉਹ ਤਾਂ ਹੁਣ ਮਤਲਬ ਪ੍ਰੀਕਾਸ਼ਨਸ ਲੋਕ ਲੈਣ ਲੱਗੇ ਆ, ਪਰ ਆਪਣਾ ਲੁਧਿਆਣਾ ਡੈਂਟਲ ਕਲੀਨਿਕ ਜਿਸ ਦਿਨ ਦਾ ਖੁੱਲਿਆ ਉਸ ਦਿਨ ਦਾ ਹੀ ਇਹ ਜਿਹੜਾ ਸਟੈਰਿਲਾਈਜੇਸ਼ਨ ਦੇ ਵਿੱਚ ਨੰਬਰ 1 ਰਿਹਾ, ਔਰ ਹਮੇਸ਼ਾ ਤੁਸੀਂ ਬਾਹਰ ਲੋਕਾਂ ਦੇ ਜਿਹੜੇ ਹੈਗੇ ਆ ਜੁੱਤੇ ਲੋਕ ਉਤਾਰਦੇ ਹੈਗੇ ਆ, ਅੰਦਰ ਜਾ ਕੇ ਉਹਦੇ ਨਾਲ ਮਾਸਕ ਜਾਂ ਹੋਰ ਪ੍ਰੀਕਾਸ਼ਨਸ ਆ ਜਿਹੜੀਆਂ ਸਟੈਰਿਲਾਈਜੇਸ਼ਨ ਦਾ ਬੜਾ ਧਿਆਨ ਰੱਖਿਆ। ਕੀ ਕਹਿਣਾ ਚਾਹੋਗੇ ਕਿ ਉਸ ਟਾਈਮ ਦੇ ਉੱਤੇ ਨੋਰਮ ਸੀਗੇ, ਇਸ ਕਰਕੇ ਤੁਹਾਨੂੰ ਜ਼ਿਆਦਾ ਡਿਫਿਕਲਟੀ ਨਹੀਂ ਹੈ ਕਰੋਨਾ ਦੇ ਐਪੀਡੈਮਿਕ 'ਚ? ਹਾਂਜੀ, ਮੈਂ ਇਹ ਕਹਿਣਾ ਚਾਹੂੰਗਾ ਕਿ ਲਾਭੀ ਬਹੁਤ ਜ਼ਿਆਦਾ ਰਿਹਾ ਹੈ ਕਿ ਵਾਹਿਗੁਰੂ ਜੀ ਦੀ ਕਿਰਪਾ ਰਹੀ ਸਾਡੇ ਤੇ ਇਟਸ ਗॉड्स ਗ੍ਰੇਸ ਕਿ ਸਾਡੇ ਹਲੇ ਇੱਕ ਵੀ ਕੇਸ ਇਥੋਂ ਕੋਈ ਪੋਜ਼ਿਟਿਵ ਹੋਇਆ ਹੋਵੇ ਗਿਆ ਹੋਵੇ। ਆਲਦੋ ਸਾਨੂੰ ਇਹ ਡੈਫੀਨਿਟਲੀ ਇਨਕਾਊਂਟਰ ਹੋਇਆ, ਕਈ ਅਸੀਂ ਟ੍ਰੀਟ ਕੀਤੇ ਆ ਕੇਸ, ਉਹ ਬਾਅਦ ਚ ਇਮੀਡੀਏਟਲੀ ਡਾਇਗਨੋਸ ਹੋ ਗਏ ਆ ਪੋਜ਼ਿਟਿਵ, ਬਟ ਸਾਨੂੰ ਸਟਾਫ ਨੂੰ ਅੱਜ ਤੱਕ ਮਤਲਬ ਬਹੁਤ ਕਿਰਪਾ ਰਹੀ ਹੈ ਕਿ ਕੋਈ ਵੀ ਪੋਜ਼ਿਟਿਵ ਡਾਇਗਨੋਸ ਨਹੀਂ ਹੋਇਆ। ਇਹਦਾ ਜੀ ਮੇਨ ਕਾਰਨ ਆਈ ਥਿੰਕ ਇਹ ਹੈ ਕਿ ਅਸੀਂ ਕਈ ਸਟ੍ਰਿੰਜੈਂਟ ਨੋਰਮਸ ਫੋਲੋ ਕਰਦੇ ਹਾਂ। ਸਾਡੇ ਸਟਰਲਾਈਜੇਸ਼ਨ ਪ੍ਰੋਟੋਕਾਲ ਜਿੱਦਾਂ ਹੈਗੇ ਆ, ਕਲੀਨਿਕ ਦਾ ਜਿਹੜਾ ਬੇਸਿਕ ਡਿਜ਼ਾਈਨ ਸਾਡਾ ਹੈਗਾ ਆ, ਸਾਰੀ ਚੀਜ਼ਾਂ ਇਸ ਤਰੀਕੇ ਦੇ ਨਾਲ ਸੈਟਅਪ ਹੈਗੀਆਂ ਕਿ ਕਿਸੇ ਵੀ ਪ੍ਰਕਾਰ ਸਾਡਾ ਇਨਫੈਕਸ਼ਨ ਨਾ ਆ ਜਾਏ। ਜਾਂ ਇਨਫੈਕਟਡ ਬੰਦਾ ਆਉਂਦਾ ਵੀ ਹੈ ਤੇ ਉਹਨੂੰ ਅਸੀਂ ਇੰਨਾ ਜ਼ਿਆਦਾ ਇੰਸ਼ੋਰ ਕਰ ਦਿੰਦੇ ਕਿ ਕਿਸੇ ਵੀ ਤਰੀਕੇ ਦੇ ਨਾਲ ਅਨਕਵਰਡ ਜਾਂ ਅਨਪ੍ਰੋਟੈਕਟਡ ਨਾ ਰਹੇ ਜਾਂ ਇਨਫੈਕਸ਼ਨਸ ਨਾ ਰਹੇ। ਸੋ ਜੀ ਬੇਸਿਕ ਪ੍ਰੋਟੋਕਾਲਸ ਅਸੀਂ ਫੋਲੋ ਕਰਦੇ ਹਾਂ। ਪਹਿਲਾਂ ਤਾਂ ਜੀ ਸਾਰਾ ਕਲੀਨਿਕ ਜਿਹੜਾ ਗਲਾਸ ਦਾ ਆ, ਅੱਡ ਲੈਵਲ ਸੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਵੀ ਸਾਡੇ ਸਾਰੇ ਕੱਚ ਲੱਗਿਆ ਹੋਇਆ ਹੈ। ਸੋ ਐਂਪਲ ਸਨਲਾਈਟ ਐਂਟਰ ਕਰਦੀ ਹੈ ਬੋਥ ਸਾਈਡਸ ਤੋਂ। ਸੋ ਸਨਲਾਈਟ ਸਾਨੂੰ ਪਤਾ ਹੈ ਕਿ ਜਰਮ ਮਾਰ ਦਿੰਦੀ ਹੈ, ਸੋ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਸੈਕੰਡ ਜੀ, ਅਸੀਂ ਜਦੋਂ ਐਂਟਰ ਕਰਦੇ ਤੋਂ ਪਹਿਲਾਂ ਹੀ ਅਸੀਂ ਬਾਹਰ ਲਾ ਰੱਖਿਆ ਪਲੀਜ਼ ਵਾਸ਼ ਯਰ ਹੈਂਡਸ, ਤੇ ਕਲੀਨਿਕ ਦੇ ਬਾਹਰ ਹੀ ਵਾਸ਼ ਬੇਸਿਨ ਹੈਗਾ, ਉੱਥੇ ਬੰਦਾ ਹੱਥ ਧੋਵੇ, ਚੰਗੀ ਤਰੀਕੇ ਨਾਲ ਆਪਣੇ ਆਪ ਨੂੰ ਸਾਫ਼ ਰੱਖਿਆ ਹੋਵੇ। ਉੱਥੇ ਵੀ ਜਦੋਂ ਪੇਸ਼ੈਂਟ ਕਲੀਨਿਕ 'ਚ ਐਂਟਰ ਕਰਦਾ ਹੈ, ਥਾਂ ਥਾਂ ਤੇ ਸਾਡੇ ਹੈਂਡ ਸੈਨੀਟਾਈਜ਼ਰਸ ਪਏ ਹੋਏ ਆ, ਸਟਰਲੀਅਮ ਪਿਆ ਹੋਇਆ, 3M ਦੇ ਸੈਨੀਟਾਈਜ਼ਰਸ ਪਏ ਹੋਏ ਆ, ਤੇ ਆਪਣੇ ਆਪ ਨੂੰ ਚੰਗੀ ਤਰੀਕੇ ਨਾਲ ਸੈਨੀਟਾਈਜ਼ ਕਰੇ ਬੰਦਾ। ਉਸ ਤੋਂ ਬਾਅਦ ਆਪਣੇ ਸ਼ੂ ਕਵਰਸ ਪਏ ਹੋਏ ਆ, ਸ਼ੂ ਕਵਰ ਪਾ ਕੇ ਫਿਰ ਆਓ। ਬਾਕੀ ਜੀ ਅਸੀਂ ਜਿਹੜੇ ਵੇਟਿੰਗ ਰੂਮ ਦੇ ਵਿੱਚ ਚੇਅਰਸ ਰੱਖ ਰੱਖੀਆਂ, ਪਲਾਸਟਿਕ ਦੀ ਡਿਸਪੋਜ਼ੇਬਲ ਚੇਅਰ, ਪਲਾਸਟਿਕ ਦੀ ਚੇਅਰਸ ਰੱਖ ਰੱਖੀਆਂ ਸੌਰੀ, तो ਉਹਨੂੰ ਕੀ ਕਰਦੇ ਅਸੀਂ ਆਫਟਰ ਐਵਰੀ ਪੇਸ਼ੈਂਟ ਥੋੜੀ ਵਾਈਪ ਕਰਦੇ ਆ ਸਰਫੇਸ ਡਿਸਇਨਫੈਕਟੈਂਟ ਸਰਫੇਸ ਦੇ ਨਾਲ, ਵਨ ਆਫ ਦਾ ਹਾਈਐਸਟ ਕੁਆਲਿਟੀ ਸਰਫੇਸ ਡਿਸਇਨਫੈਕਟੈਂਟ ਨਾਲ ਅਸੀਂ ਵਾਈਪ ਕਰਦੇ ਆ। ਨਾਟ ਜਸਟ ਦੈਟ, ਸਾਡੀ ਡੈਂਟਲ ਚੇਅਰ ਸਾਰਾ ਇਕਵਿਪਮੈਂਟ, ਸਾਰੇ ਡੋਰ ਦੇ ਹੈਂਡਲ ਸਾਰੇ ਅਸੀਂ ਵਾਈਪ ਕਰਦੇ ਆ ਰੈਗੂਲਰਲੀ, ਰਿਪੀਟਡਲੀ ਥਰੂ ਆਊਟ ਦ ਡੇ, ਤਾਂ ਕਿ ਇਨਫੈਕਸ਼ਨ ਨਾ ਹੋਵੇ। ਹਾਂਜੀ ਪਲੀਜ਼। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਇਹ ਸੈਂਟਰ ਜਿਹੜਾ ਉਹ ਸੋਹਣੇ ਬਣਨ ਦੇ ਲਈ ਇੱਕ ਸੈਂਟਰ ਬਣਿਆ ਹੋਇਆ ਹੈ, ਔਰ ਜਦੋਂ ਵੀ ਬ੍ਰਾਈਡਗਰੂਮ ਨੇ ਜਿਹੜਾ ਹੋਣਾ ਤੇ ਉਹ ਤੁਹਾਨੂੰ ਬੜਾ ਪ੍ਰੈਫਰ ਕਰ ਰਹੇ ਨੇ, ਕੀ ਕਾਰਨ ਹੈ ਕਿ ਤੁਹਾਡੇ ਕੋਲ ਕਈ ਨਵੇਂ ਟੈਕਨੀਕਸ ਨੇ ਕਿ ਤੁਸੀਂ ਮਤਲਬ ਜਿਹੜਾ ਮਾਡਰਨਾਈਜੇਸ਼ਨ ਦੇ ਨਾਲ ਉਹਨਾਂ ਨੂੰ ਐਸੇ ਮਤਲਬ ਚਾਹੇ ਉਹਨਾਂ ਦਾ ਦੰਦ ਟੇਢੇ ਮੇਢੇ ਹੋਣ, ਚਾਹੇ ਉਹਨਾਂ ਦਾ ਕੋਈ ਵੈਨਰਸ ਦੀ ਗੱਲ ਹੋਵੇ, ਮਤਲਬ ਕੋਈ ਵੀ ਚੀਜ਼ ਹੋਵੇ, ਉਹਨਾਂ ਨੂੰ ਮਤਲਬ ਜਿਸ ਦੇ ਨਾਲ ਉਹਨਾਂ ਦੀ ਸਮਾਰਟਨੈਸ ਵੱਧਦੀ ਹੈ ਤੇ ਉਹ ਤੁਹਾਨੂੰ ਪ੍ਰੈਫਰ ਕਰਦੇ ਨੇ। ਜਦੋਂ ਮੈਰਿਜ ਏਜ ਹੁੰਦੀ ਉਹ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਬੜੀ ਜਲਦੀ ਮਤਲਬ ਪ੍ਰੋਸੀਜਰ ਵੀ ਹੁਣ ਡੇ ਕੇ ਨਹੀਂ ਹੈਗੇ। ਹਾਂਜੀ ਜੀ, ਡੈਫੀਨਿਟਲੀ। ਪਹਿਲਾਂ ਕਿ ਮੈਂ ਜਿੱਦਾਂ ਦੱਸ ਰਿਹਾ ਸੀਗਾ, ਸਟਰਲਾਈਜੇਸ਼ਨ ਡਿਸਇਨਫੈਕਸ਼ਨ ਨੂੰ ਦੇਖ ਕੇ ਲੋਕੀ ਬਹੁਤ ਖੁਸ਼ ਹੁੰਦੇ ਆ, ਕਹਿੰਦੇ ਬਹੁਤ ਸਾਫ਼ ਸੁਥਰਾ ਕਲੀਨਿਕ ਹੈ, ਲੋਕੀ ਹੋਰਾਂ ਨੂੰ ਵੀ ਰეკਮੈਂਡ ਕਰਦੇ ਆ। ਸਾਡੇ ਕੋਲ ਇਹ ਤੋਂ ਇਲਾਵਾ ਜੀ ਫਿਊਮੀਗੇਸ਼ਨ ਵੀ ਹੈਗਾ, ਅਸੀਂ ਫਿਊਮੀਗੇਟ ਕਰਦੇ ਪੂਰਾ ਕਲੀਨਿਕ, ਤੇ ਜਦੋਂ ਪੇਸ਼ੈਂਟ ਚੇਅਰ ਤੇ ਬੈਠਦਾ ਨਾਲ ਹੀ ਸਾਡੇ ਕੋਲ ਬੀਟਾਡੀਨ ਦੇ ਕਾਗਜ਼ ਅਸੀਂ ਕਰਾਉਂਦੇ ਆ, ਸੋ ਪੇਸ਼ੈਂਟ ਟੋਟਲੀ ਡਿਸਇਨਫੈਕਟ ਹੋ ਗਿਆ। ਉਹ ਤੋਂ ਇਲਾਵਾ ਜੀ ਸਾਡੇ ਜਿੰਨੇ ਵੀ ਪੇਸ਼ੈਂਟ ਹੈਗੇ, ਭਾਵੇਂ ਮੈਰਿਜ ਤੇ ਹੋਣ ਜਾਂ ਫਿਰ ਕਿਸੇ ਫੰਕਸ਼ਨ ਤੇ ਜਾਣਾ ਹੋਵੇ, ਸਾਡੇ ਕੋਲ ਅਦਰ ਟ੍ਰੀਟਮੈਂਟ ਮੋਡੈਲਿਟੀਜ਼ ਹੈਗੀਆਂ ਜਿਹਦੇ ਨਾਲ ਅਸੀਂ ਪੇਸ਼ੈਂਟ ਨੂੰ ਟ੍ਰੀਟ ਕਰਦੇ ਆ। ਤੇ ਉਸ ਤੋਂ ਬਾਅਦ ਜਦੋਂ ਅਸੀਂ ਟ੍ਰੀਟ ਕਰਨ ਤੋਂ ਬਾਅਦ ਮਤਲਬ
पेशेंट को प्री ऑपरेटिव दिखाने की पहले ਤੁਹਾਡਾ ਇਦਾਂ ਸੀਗਾ पोस्ट ऑपरेटिव दिखानी है तो ਤੁਸੀਂ ਮੰਨੋਗੇ ਨਹੀਂ ਲੋਕੀ ਐਕਚੁਅਲੀ ਸਾਡੇ ਤੋਂ ਪੁੱਛਦੇ ਆ ਕਿ ਪ੍ਰੀ ਆਪਰੇਟਿਵ ਫੋਟੋਗ੍ਰਾਫ ਦਿਖਾਓ ਲੋਕੀ ਫੋਟੋ ਖਿੱਚਦੇ ਆ ਪੋਸਟ ਆਪਰੇਟਿਵ ਫੋਟੋ ਖਿੱਚਦੇ ਆ ਤੇ ਉਹਨੇ ਜ਼ਿਆਦਾ ਇੰਪ੍ਰੈਸ ਹੁੰਦੇ ਉਹ ਕਹਿੰਦੇ ਕਿ ਅਸੀਂ ਵੀ ਆਰ ਅ ਡਿਫਰੈਂਟ ਪਰਸਨ ਅਸੀਂ ਹੁਣ ਟੋਟਲੀ ਚੇਂਜ ਹੋ ਗਏ ਆ ਤੇ ਕਹਿੰਦੇ ਜੀ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਜਾ ਕੇ ਦਿਖਾਵਾਂਗੇ ਸੋ ਬੇਸਿਕਲੀ ਜਿੱਦਾਂ ਆਪਾਂ ਟ੍ਰੀਟਮੈਂਟ ਸਾਡੇ ਕੋਲ ਲੇਜ਼ਰਸ ਹੈਗੇ ਆ ਸਾਡੇ ਕੋਲ ਬੈਸਟ ਕੁਆਲਿਟੀ ਈਮੈਕਸ ਜਿਹੜਾ ਅਸੀਂ ਮਟੀਰੀਅਲ ਯੂਜ਼ ਕਰਦੇ ਆ ਬੈਸਟ ਕੁਆਲਿਟੀ ਸਾਡੇ ਕੋਲ ਇੰਪ੍ਰੈਸ਼ਨ ਮਟੀਰੀਅਲਸ ਹੈਗੇ ਆ ਔਰ ਲੁਧਿਆਣੇ 'ਚ ਬਹੁਤ ਆਈਕਨਿਕ ਆ 2 ਸਕੈਨਰਸ ਹੈਗੇ ਆ बहुत एक्सपेंसिव पीस ऑफ इक्विपमेंट है जिहदे नाल असीं इंप्रेशन लैंदे आ हुण ज़्यादातर इंप्रेशन जो नाम लैंदे आ विनियर्स बनाउण दे लई ब्रिजेस बनाउण दे लई कैप बनाउण दे लई वो फिजिकल इंप्रेशन लैंदे आ ਉਹਦੇ ਨਾਲ ਕੀ ਹੁੰਦਾ ਮੂੰਹ ਦੇ ਵਿੱਚ ਰਬੜ ਜਾਂ ਮਟੀਰੀਅਲ ਪਾਉਂਦੇ ਆ ਥੋੜੀ ਦੇਰ ਨੂੰ ਸੈੱਟ ਜਾਂਦਾ ਉਹਨੂੰ ਕੱਢ ਲੈਂਦੇ ਆ ਸਾਡੇ ਕੋਲ ਕੀ ਹੈਗਾ ਕਿ ਯੂ ਗੋਟ ਸਕੈਨਰ ਕੀ ਕਰਦਾ ਡਿਜੀਟਲ ਕੰਪਲੀਟ ਆਰਟੀ ਸਕੈਨ ਲੈ ਲੈਂਦਾ ਹੈ ਤੁਸੀਂ ਕੰਪਲੀਟ ਫਾਈਲ ਕ੍ਰੀਏਟ ਹੋ ਜਾਂਦੀ ਹੈ that is way more accurate than a physical impression ਤੁਸੀਂ ਕਲਿੱਕ ਕਰੋ ਲੈਬ ਨੂੰ ਫਾਈਲ ਪਹੁੰਚ ਜਾਂਦੀ ਹੈ ਲੈਬ ਉੱਤੇ ਉਸੇ ਡਿਜੀਟਲ ਸਕੈਨ ਦੇ ਉੱਤੇ ਕੈਪ ਬ੍ਰਿਜਸ ਕਰਾਊਨਸ ਵਿਨੀਅਰਸ ਵਗੈਰਾ ਬਣਾ ਕੇ ਭੇਜ ਦਿੰਦੇ ਆ ਸੋ ਇਹਦੇ ਨਾਲ ਸਾਨੂੰ ਫਾਇਦੇ ਬਹੁਤ ਹੋ ਗਏ ਦੂਜੇ ਡਿਜੀਟਲ ਫਾਈਲ ਦੇ ਵਿੱਚ ਜਿਹੜਾ ਜੋ ਵੀ ਟੈਕਨੀਸ਼ੀਅਨ ਜਾਂ ਜੋ ਵੀ ਬੰਦਾ ਆਪਣੀ ਕੈਪ ਬਣਾ ਰਿਹਾ ਉਹ ਪੂਰਾ ਇਮੇਜ ਫੋਟੋਗ੍ਰਾਫ ਦੇਖ ਸਕਦਾ ਪੇਸ਼ੈਂਟ ਦੇ ਮੂੰਹ ਦੇ ਵਿੱਚ ਦੰਦ ਕਿੱਦਾਂ ਹੋਣਗੇ ਕਿਹੜੇ ਰੰਗ ਦੇ ਆ ਕਿਹੜੇ ਐਂਗੂਲੇਸ਼ਨ ਦੇ ਆ ਸਾਰਾ ਉਹਨਾਂ ਨੂੰ ਦੱਸ ਜਾਂਦਾ ਹੈ ਸੋ ਇਹਦੇ ਨਾਲ ਬਹੁਤ ਫਾਇਦਾ ਤੀਜਾ ਜਦੋਂ ਅਸੀਂ ਫਿਜ਼ੀਕਲ ਇੰਪ੍ਰੈਸ਼ਨ ਮੂੰਹ 'ਚ ਪਾਉਂਦੇ ਆ ਕਿਸੇ ਪੇਸ਼ੈਂਟ ਨੂੰ ਗੈਗ ਆਉਂਦੀ ਹੈ ਥੋਕ ਕਰਦਾ ਇਹ ਸਾਰੀ ਚੀਜ਼ਾਂ ਉਹਦੇ ਨਾਲ ਐਲੀਮੀਨੇਟ ਹੋ ਜਾਂਦੀਆਂ ਚੌਥਾ ਜਿਹੜਾ ਆਪਣੀ ਫਿਜ਼ੀਕਲ ਇੰਪ੍ਰੈਸ਼ਨ ਅਸੀਂ ਪੇਸ਼ੈਂਟ ਦੇ ਮੂੰਹ 'ਚ ਲਿੱਤਾ ਕੱਢ ਕੇ ਰੱਖਿਆ ਲੈਬ ਵਾਲਾ ਪਿਕਅਪ ਕਰਨ ਲਈ ਆਇਆ ਉਹਨੂੰ ਖਾਇਆ ਫਿਰ ਉਹ ਲੈ ਕੇ ਗਿਆ ਫਿਰ ਲੈਬ ਵਾਲਿਆਂ ਨੇ ਉਹਨੂੰ ਮੈਨੀਪੂਲੇਟ ਕੀਤਾ ਸੋ ਕ੍ਰਾਸ ਕੰਟੈਮੀਨੇਸ਼ਨ ਕਿੰਨੀ ਵੱਧ ਗਈ ਕਿ ਅਸੀਂ ਇੱਕ ਹੀ ਇੰਪ੍ਰੈਸ਼ਨ ਨੂੰ ਪੇਸ਼ੈਂਟ ਦੇ ਮੂੰਹ ਵਿੱਚ ਗਿਆ ਉਹਦਾ ਥੁੱਕ ਲੱਗ ਗਿਆ ਫਿਰ ਅਸੀਂ ਹੈਂਡਲ ਕੀਤਾ ਲੈਬ ਵਾਲੇ ਨੇ ਹੈਂਡਲ ਕੀਤਾ ਲੈਬ ਅਭੀ ਜਿਹੜਾ ਟੈਕਨੀਸ਼ੀਅਨ ਉਹਨੇ ਹੈਂਡਲ ਕੀਤਾ ਇਹ ਸਾਰੇ ਸਟੈਪ ਕੱਟ ਹੋ ਗਏ ਡਾਇਰੈਕਟ ਅਸੀਂ ਸਕੈਨ ਦਿੱਤਾ ਉਹ ਈਮੇਲ ਦੇ ਥਰੂ ਸਕੈਨ ਫਾਈਲ ਪਹੁੰਚ ਗਈ ਤੇ ਉਹਦੇ ਉੱਤੇ ਕੈਪ ਬਣ ਗਿਆ ਸੋ ਇਹ ਸਾਰੀ ਚੀਜ਼ਾਂ ਹੈਗੀਆਂ ਜਿਹਨੂੰ ਆਪਾਂ ਮਾਡਰਨਾਈਜੇਸ਼ਨ ਕਹਿੰਦੇ ਆ ਆਈ ਥਿੰਕ ਅੱਜ ਦੀ ਡੇਟ 'ਚ ਡੈਂਟਿਸਟਰੀ 'ਚ ਸਭ ਤੋਂ ਜ਼ਿਆਦਾ ਆ ਰਿਹਾ ਤਾਂ ਇਦਾਂ ਦਾ ਇਹ ਬੈਡ ਵੀਰਾਂ ਦੀ ਬਹੁਤ ਲੰਬੀ ਬੈਡ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਹੈ ਔਰ ਉਹ ਪ੍ਰੈਫਰ ਕਰਦੇ ਨੇ ਈਵਨ ਕਿ ਉਹ ਸਪੈਸ਼ਲ ਕੋਸ਼ਿਸ਼ ਕਰਦੇ ਨੇ ਵੀ ਅਸੀਂ ਕੈਨੇਡਾ ਅਮਰੀਕਾ ਦੇ ਵਿੱਚੋਂ ਜਾਂ ਹੋਰ ਦੇਖਾਂ ਜਦੋਂ ਆਈਏ ਤਾਂ ਅਸੀਂ ਡਾਕਟਰ ਲੁਧਿਆਣਾ ਡੈਂਟਲ ਨੂੰ ਮਤਲਬ ਵਿਜ਼ਿਟ ਕਰੀਏ ਕੀ ਕਾਰਨ ਹੈ ਵੀ ਜਿਹੜੇ ਪਹਿਲਾਂ ਕਰਾ ਕੇ ਜਾਂਦੇ ਹੈਗੇ ਉਹ ਬਾਅਦ ਵਿੱਚ ਚੇਂਬਰ ਨਹੀਂ ਕਰਦੇ हाँ जी जी आई सपोज वर्ड ऑफ माउथ इज अ बिगेस्ट मतलब एडवर्टाइजमेंट ਤੁਹਾਡੀ ਹੁੰਦੀ ਹੈ ਜੇ ਕਿਸੇ ਨੇ ਤੁਹਾਡੇ ਤੋਂ ਟ੍ਰੀਟਮੈਂਟ ਕਰਾਇਆ ਉਹ ਸੈਟੀਸਫਾਈਡ ਹੋਇਆ ਉਹਨੇ 4 ਹੋਰਾਂ ਨੂੰ ਦੱਸਿਆ ਉਹਨਾਂ 4 ਚੋਂ ਇੱਕ ਵੀ ਆ ਗਿਆ ਤੇ ਡੈਫੀਨਿਟਲੀ ਦੂਜਾ ਜੀ ਜੇ ਜਿੰਨੀ ਮਰਜ਼ੀ ਅਸੀਂ ਐਡਵਰਟਾਈਜ਼ਮੈਂਟ ਕਰ ਲਈਏ ਦੈਟ ਹੈਲਪਸ ਆਈ ਨੋਟ ਸੇਇੰਗ ਇਟ ਡਸਨਟ ਹੈਲਪ ਬਟ ਜੇ ਕਿਸੇ ਬੰਦੇ ਨੇ ਦੂਜੇ ਬੰਦੇ ਨੂੰ ਭੇਜਿਆ ਉਸ ਬੰਦੇ ਦਾ ਕਲੀਨਿਕ ਦੇ ਵਿੱਚ ਵਿਹਾਰ ਜਿਹੜਾ ਤੁਹਾਡੇ ਨਾਲ ਡੀਲ ਕਰਨ ਦਾ ਤਰੀਕਾ ਟੋਟਲੀ ਅਲੱਗ ਹੁੰਦਾ ਉਹ ਆਲਰੇਡੀ ਕਨਵਿੰਸ ਹੁੰਦਾ ਕਿ ਡਾਕਟਰ ਸਾਹਿਬ ਬਹੁਤ ਵਧੀਆ ਹੈਗੇ ਇਹਨਾਂ ਦਾ ਕੰਮ ਬਹੁਤ ਵਧੀਆ ਹੈਗਾ ਸੋ ਉਹਦੇ ਨਾਲ ਡੈਫੀਨਿਟਲੀ ਹੁੰਦਾ ਬਾਕੀ ਡੈਫੀਨਿਟਲੀ ਇਹ ਤੋਂ ਇਲਾਵਾ ਗੂਗਲ ਤੇ ਆਪੋ ਜਿੱਦਾਂ ਆਪਾਂ ਸਰਚ ਕਰ ਲਈਏ ਡੈਂਟਲ ਕਲੀਨਿਕਸ ਇਨ ਲੁਧਿਆਣਾ ਜਾਂ ਬੈਸਟ ਡੈਂਟਲ ਕਲੀਨਿਕ ਇਨ ਲੁਧਿਆਣਾ ਜਾਂ ਬੈਸਟ ਸਟਰਲਾਈਜੇਸ਼ਨ ਪ੍ਰੋਟੋਕੋਲ ਜਾਂ ਕੁਝ ਵੀ ਤਾਂ ਲੁਧਿਆਣਾ ਡੈਂਟਲ ਸੈਂਟਰ ਦਾ ਉੱਥੇ ਡੈਫੀਨਿਟਲੀ ਨਾ ਹੋਊਗਾ ਸੋ ਉਹ ਸਾਰੀ ਚੀਜ਼ਾਂ ਹੁੰਦੀਆਂ ਕਿ ਤੁਹਾਡੀ ਕਲੀਨਿਕ ਦੀ ਵਿਜ਼ਿਬਿਲਿਟੀ ਹੋਣੀ ਚਾਹੀਦੀ ਹੈ ਕੰਮ ਤੁਸੀਂ ਉਦੋਂ ਹੀ ਦੋਗੇ ਜਦੋਂ ਪੇਸ਼ੈਂਟ ਕਿਤੋਂ ਦੇਖ ਕੇ ਪੜ੍ਹ ਕੇ ਆਊਗਾ ਤੁਹਾਡੇ ਕੋਲ ਜੇ ਪੇਸ਼ੈਂਟ ਨੇ ਦੇਖਿਆ ਹੀ ਨਹੀਂ ਤੇ ਪੇਸ਼ੈਂਟ ਨੂੰ ਪਤਾ ਹੀ ਨਹੀਂ ਸੋ ਦੈਟ ਇਜ਼ ਵੇਅਰ ਦ ਰੋਲ ਆਫ ਮੀਡੀਆ ਐਂਡ ਐਡਵਰਟਾਈਜ਼ਮੈਂਟ ਕਮਸ ਇਨ ਸੋ ਥੋੜਾ ਬਹੁਤ ਕਰਦੇ ਪਰ ਬੇਸਿਕਲੀ ਜ਼ਿਆਦਾ ਜ਼ੋਰ ਸਾਡਾ ਐਡਵਰਟਾਈਜ਼ਮੈਂਟ ਵਗੈਰਾ ਤੋਂ ਜ਼ਿਆਦਾ ਹੁੰਦਾ ਹੈ ਕੰਮ ਤੇ ਕੰਮ ਵਧੀਆ ਕਰਕੇ ਦੋ ਅਗਲਾ ਬੰਦਾ ਸੈਟੀਸਫਾਈਡ ਹੋਵੇ ਉਹਨਾਂ ਨੂੰ ਭੇਜੋ ਐਸ ਫਾਰ ਇੰਪਲਾਂਟਸ ਆਰ ਕੰਸਰਨ ਤੁਸੀਂ ਕਈ ਵਾਰ ਇੱਕ ਦਿਨ ਦੇ ਵਿੱਚ ਵੀ ਜਿਹੜੇ ਲੋਕ ਬਹੁਤ ਤੇਜ਼ੀ ਕਰਦੇ ਹੈਗੇ ਵੀ ਇੰਪਲਾਂਟਸ ਇੱਕ ਦਿਨ 'ਚ ਕਰਾਉਣਾ ਉਹਦੇ ਲਈ ਵੀ ਤੁਹਾਡੇ ਕੋਲ ਟ੍ਰੀਟਮੈਂਟਸ ਹੈਗੇ ਆ ਔਰ ਇੱਕ ਦਿਨ 'ਚ ਵੀ ਇੰਪਲਾਂਟ ਜਿਹੜਾ ਤੁਸੀਂ ਕਰ ਦਿੰਦੇ ਹੋ ਬੜੀ ਤੇਜ਼ੀ ਨਾਲ ਉਹਦੇ ਬਾਰੇ हाँ जी जी सिंगल डी इम्प्लांट जैसे बेसिकली एक कंसेप्ट पेशेंट के दंद खराब हो रहे हैं या फिर पेशेंट का दंद गल गया टोटली उन्होंने कट के सिंगल इम्प्लांट पाना या पूरे मुंह के दंद इम्प्लांट पाने सारे लाने वो ਅਸੀਂ कर ਦਿੰਦੇ ਆ ਵੀ ਗॉट ऑल ऑफ 4 ऑल ऑफ 6 ट्रीटमेंट मोडालिटीज ਉਹਦੇ ਚ ਪੂਰੇ ਸਕਿਲ ਪੂਰੇ ਟ੍ਰੀਟਮੈਂਟ ਕਨਸੈਪਟਸ ਹੈਗੇ ਆ ਵੀ ਗॉट ਐਕਸਪੀਰੀਅੰਸ ਸਰਜਨਸ ਵਿਜ਼ਿਟਿੰਗ ਦਾ ਕਲਿਨਿਕ ਜਿਹੜੇ ਕਿ ਕੰਪਲੈਕਸ ਸਾਈਨਸ ਲਿਫਟ ਸਰਜਰੀਜ਼ ਜਾਂ ਕੰਪਲੈਕਸ ਸਰਜਰੀਜ਼ ਵਿੱਚ ਤੁਸੀਂ ਕਹਿ ਸਕਦੇ ਹੋ ਜਿਵੇਂ ਬੋਨ ਗ੍ਰਾਫਟਿੰਗ ਦੀ ਰਿਕੁਆਇਰਮੈਂਟ ਹੁੰਦੀ ਹੈ ट्रीटमेंट आउटकम बहुत डाइसी होंगे वो असी बहुत ही सक्सैसफुली प्रोसैस करते हैं सैकेंड जी असी जेडे इम्प्लांट यूज करते हैं यूजिंग नोबल बायोकेयर सो जेडे लोग साडे कोलों बाहरों आते हैं वो कहते डॉक्टर साहब तुहाडे कोल नोबल बायोकेयर हैगा वी से यस वी हैव इट सो जिद्दां तुसीं जिद्दां आपां कहिए कि बेस्ट अपने कोल क्वालिटी ट्रीटमेंट हैगा बेस्ट स्किल्स दा सेट हैगा सो वी डेफिनेटली गो अहेड एंड डू व्हाटएवर इज रिक्वायर्ड बट रब की बहुत है आज तक ये नहीं होया कि पैसे बनाने के चक्कर च असीं क्या हाँ जी कर देंगे तो बाद च जाके इम्प्लांट फेल हो गया वो नहीं होता जी
ਡਾਕਟਰ ਯੂ ਬਿਲੋਂਗ ਟੂ ਸੱਚ ਏ ਗ੍ਰੇਟ ਫੈਮਿਲੀ ਔਰ ਉਹਦਾ ਵੀ ਇੰਪੈਕਟ ਜਿਹੜਾ ਹੈਗਾ ਬਾਕੀ ਤੁਸੀਂ ਤੁਹਾਡੀ ਪੜ੍ਹਾਈ ਲਿਖਾਈ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਇਸ ਚੀਜ਼ਾਂ ਦਾ ਵੀ ਫਰਕ ਪੈਂਦਾ ਹੈ ਇਹਦੇ ਵਿੱਚ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਿੱਦਾਂ ਅੱਜ ਸਟ੍ਰਿਕਟਲੀ ਫੂਡਸ ਦਾ ਜਿਹੜਾ ਜ਼ਮਾਨਾ ਅਸੀਂ ਸਟ੍ਰਿਕਟਲੀ ਫੂਡਸ ਖਾ ਰਹੇ ਹੈਗੇ ਆ ਔਰ ਉਹਦੇ ਨਾਲ ਅਸੀਂ ਸੀਡੇਟਿਵ ਬਹੁਤ ਜ਼ਿਆਦਾ ਹੋ ਗਏ ਆ ਔਰ ਦੰਦਾਂ ਦੀਆਂ ਜਿਹੜੀਆਂ ਬਿਮਾਰੀਆਂ ਛੋਟੇ ਬੱਚਿਆਂ ਤੋਂ ਹੀ ਸਟਾਰਟ ਹੋ ਰਹੀਆਂ ਨੇ ਕੀ ਕਹਿਣਾ ਚਾਹੋਗੇ? ਫੂਡ ਪਲੇਜ਼ ਅ ਬਿਗ ਰੋਲ। ਅੱਜ ਇੱਕ ਟਾਈਮ ਹੁੰਦਾ ਸੀਗਾ ਲੋਕੀ ਚਾਹ ਜੇ ਮਤਲਬ ਗੁੜ ਪਾ ਲੈਂਦੇ ਜਾਂ ਸ਼ਹਿਦ ਪਾ ਲੈਂਦੇ ਸੀਗੇ, ਅੱਜ ਅਸੀਂ ਸ਼ੂਗਰ ਪਾਉਂਦੇ ਹਾਂ। ਚਲੋ ਮਤਲਬ ਛੋਟੀ ਛੋਟੀ ਗੱਲਾਂ ਹੈਗੀ, ਚਾਹੇ ਤੁਸੀਂ ਚਾਕਲੇਟ ਲੈ ਲਓ, ਕੈਂਡੀ ਲੈ ਲਓ, ਪ੍ਰੋਸੈਸਡ ਫੂਡਸ ਲੈ ਲਓ, ਕੁਕੀਜ਼ ਲੈ ਲਓ, ਪੇਸਟਰੀਜ਼ ਲੈ ਲਓ, ਆਈਸਕ੍ਰੀਮ ਲੈ ਲਓ, ਡੋਨਟਸ ਲੈ ਲਓ, ਜਿੰਨੀ ਚੀਜ਼ਾਂ ਤੁਸੀਂ ਲਿਖ ਕੇ ਲਾ ਲਓ, ਜਿੰਨੀ ਚੀਜ਼ਾਂ ਅੱਜ ਦੀ ਵਿੱਚ ਫੇਮਸ ਹੈਗੇ ਦੇ ਆਰ ਡਿਜ਼ਾਸਟਰਸ ਟੂ ਦ ਪੀਪਲ ਬਿਕਾਜ਼ ਦੇ ਆਰ ਹੈਵਿੰਗ ਪ੍ਰੋਸੈਸਡ ਫੂਡ। ਸੋ ਇਹ ਅਸੀਂ ਵੀ ਨਹੀਂ ਜਿੰਨੇ ਤੁਸੀਂ ਦੇਖਦੇ ਹੋ ਹੁਣ ਇੱਕ ਟਾਈਮ ਹੁੰਦਾ ਸੀਗਾ एक बहुत ही फेमस किसी को कार्टून या WhatsApp ਤੇ ਉਹ GIF ਵਗੈਰਾ ਸ਼ੇਅਰ ਕਰਦੇ ਲੋਕੀ ਕਿ 1980s ਦੇ ਵਿੱਚ ਜਿਹੜੀ ਮਾਂ ਆ ਬੱਚੇ ਨੂੰ ਕੱਲ ਫੜ ਕੇ ਘਰ ਚ ਲੈ ਕੇ ਆਈ ਕਾਕਾ ਘਰ ਜਾ ਕੇ ਪੜ ਲੈ। 2020 ਦੇ ਵਿੱਚ ਮਦਰ ਜਿਹੜੀ ਆ ਬੱਚੇ ਨੂੰ ਕੰਨ ਤੋਂ ਫੜ ਕੇ ਬਾਹਰ ਲੈ ਕੇ ਜਿਹੜੀ ਬਾਹਰ ਜਾ ਕੇ ਕਾਕਾ ਖੇਡ ਲਾ। ਸੋ ਕਿੰਨੀ ਚੀਜ਼ਾਂ ਫਰਕ ਹੋ ਗਈਆਂ। ਹੁਣ ਕੋਈ ਵੀ ਬੱਚਾ ਧੁੱਪ 'ਚ ਘਾਹ 'ਚ ਮਤਲਬ ਆਪਾਂ ਗਾਰਡਨ 'ਚ ਖੇਡਦੇ ਸੀਗੇ, ਭਾਵੇਂ ਤੁਸੀਂ ਕਹ ਲਓ ਬੈਟ ਬਾਲ ਖੇਡਦੇ ਸੀਗੇ, ਲੁਕਣ ਮਚਾਈ ਖੇਡਦੇ ਸੀਗੇ, ਪਕੜਨ ਪਕੜਾਈ ਖੇਡਦੇ ਸੀਗੇ, ਉਹ ਸਾਰਾ ਮੁੱਕ ਗਿਆ। ਸਾਡਾ ਜਿਹੜਾ ਕੰਟੈਕਟ ਸੀਗਾ এনवायरमेंट ਦੇ ਨਾਲ ਟੋਟਲੀ ਖਤਮ ਹੋ ਗਿਆ। ਵੀ ਆਰ ਟੋਟਲੀ ਕਨਫਾਈਨਡ ਐਂਡ ਵੀ ਆਰ ਵੈਰੀ ਸੈਟੀਸਫਾਈਡ ਇਨ ਯੂਜ਼। ਅਸੀਂ ਖੁਸ਼ ਰਹਿੰਦੇ ਜੀ, ਚਲੋ ਅਸੀਂ ਘਰ ਦੇ ਵਿੱਚ ਹੈਗੇ, ਸਾਰੇ ਦਿਹਾੜੀ ਮੋਬਾਈਲ 'ਚ, ਠੀਕ ਹੈ ਜੀ। ਸੋ ਇਹ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਕਿ ਇੱਕ ਲਾਈਫ ਸਟਾਈਲ ਟੋਟਲੀ ਚੇਂਜ ਹੋ ਗਿਆ। ਸੋ ਉਹਦੇ ਨਾਲ ਜਿਹੜਾ ਆਪਾਂ ਕਹਿੰਦੇ ਕੁਦਰਤੀ ਸਾਡੇ ਕੋਲ ਅੰਦਰ ਇੱਕ ਇਮਿਊਨਿਟੀ ਡਿਵੈਲਪ ਹੁੰਦੀ ਸੀਗੀ, ਅਸੀਂ ਸਟਰੋਂਗ ਸੀਗੇ, ਉਹ ਖਤਮ ਹੋ ਗਿਆ। ਜਿੰਨਾ ਅਸੀਂ ਆਪਣੇ ਆਪ ਨੂੰ ਕੱਟ ਆਫ ਕਰਦੇ ਜਾਵਾਂਗੇ, ਏਸੀਜ਼ 'ਚ ਰਹਾਂਗੇ, ਉਹ ਸਾਰਾ ਇਨਸਟਰੂਮੈਂਟ ਆਫ ਇਫੈਕਟ। ਸੋ ਉਹੀ ਹੋ ਰਿਹਾ, ਦੰਦਾਂ ਦੇ ਨਾਲ ਵੀ ਉਹੀ ਹੋ ਰਿਹਾ। ਸੋ ਫੂਡ ਜਿਹੜੇ ਆ ਉਹ ਬਹੁਤ ਜ਼ਿਆਦਾ ਸਟ੍ਰਿਕਟ ਆ। ਮੈਂ ਤੁਹਾਨੂੰ ਐਗਜ਼ਾਮਪਲ ਦਊਂਗਾ, ਬੱਚਾ ਮੂਵੀ ਗਿਆ, ਲੇਟ ਨਾਈਟ ਮੂਵੀ ਗਿਆ, 10 ਵਜੇ ਤੱਕ ਸ਼ੋਅ ਖਤਮ ਹੋਇਆ, ਉੱਥੇ ਕੀ ਕੀਤਾ, ਕੈਰਮਲ ਵਾਲੇ ਪੌਪਕੌਰਨ ਲੈ ਨਾਲ ਕੋਲਡ ਡਰਿੰਕ ਲੈ ਲਈ, ਲੇਟ ਹੋ ਕੇ ਆਉਂਦੇ ਉਹ ਕੈਰਮਲ ਨਾਲ ਹੀ ਚਿੱਤਰ ਰਹਿ ਗਿਆ, ਬੱਚਾ ਸੌ ਗਿਆ, ਬ੍ਰਸ਼ ਨਹੀਂ ਕੀਤਾ, ਉੱਥੇ ਫੜਨਾ ਜੀ ਕੇਸ ਨੇ। ਬਾਅਦ ਚ ਕੇ ਸਾਡੇ ਕੋਲ ਆਣਗੇ ਮਦਰਸ ਕਹਿੰਦੀ ਨੋ ਡਾਕਟਰ ਹੀ ਇਜ਼ ਵੈਰੀ ਪਾਰਟਿਕੂਲਰ ਅਬਾਊਟ ਬ੍ਰਸ਼ਿੰਗ, ਪਤਾ ਨਹੀਂ ਕੀ ਹੋ ਗਿਆ, ਕੀੜਾ ਕਿੱਦਾਂ ਲੱਗੇ, ਕੀੜਾ ਤੇ ਲੱਗਣਾ ਹੀ ਹੈ। ਯੂ ਅੰਡਰਸਟੈਂਡ। ਸੋ ਸਮਾਲ ਥਿੰਗਸ ਮੇਕ ਅ ਬਿਗ ਡਿਫਰੈਂਸ। ਸੋ ਦਿਸ ਇਜ਼ ਵਨ ਆਫ them। ਕੋਈ ਜ਼ਿਆਦਾ ਵੈਸੇ ਘਬਰਾਉਣ ਦੀ ਲੋੜ ਨਹੀਂ ਹੈਗੀ, ਜਿੱਦਾਂ ਲਾਈਫ ਸਟਾਈਲ ਹੈ ਉੱਦਾਂ ਰਹੋ, ਬਟ ਬ੍ਰਸ਼ ਯੂਰ ਟੀਥ ਟਵਾਈਸ ਅ ਡੇ, ਸਪੈਸ਼ਲੀ ਐਟ ਨਾਈਟ, ਕਿਉਂਕਿ ਰਾਤ ਨੂੰ ਅਸੀਂ ਬੋਲਦੇ ਨਹੀਂ, ਖਾਂਦੇ ਪੀਂਦੇ ਨਹੀਂ, ਨੈਚੁਰਲੀ ਜਿਹੜੇ ਦੰਦ ਬੁੱਲਾਂ ਦੇ ਨਾਲ ਤੇ ਜੀਭ ਦੇ ਨਾਲ ਲੱਗ ਕੇ ਸਾਫ਼ ਹੁੰਦੇ ਉਹ ਨਹੀਂ ਹੁੰਦੇ। ਸੋ ਉਹਦੇ ਕਰਕੇ ਫਰਕ ਪੈ ਜਾਂਦਾ। Definitely brush your teeth at night, brush your teeth twice a day and take regular consultation from the dentist. Yes sir, अब ਤੁਹਾਡਾ ਸੀ ਬੜਾ ਕੀਮਤੀ ਸਮਾਂ ਦਿੱਤਾ, ਕਰੋਨਾ ਦਾ ਐਪੀਡੈਮਿਕ ਬੜਾ ਘਬਰਾਇਆ ਹੋਇਆ ਸੁਣਨ ਲੱਗਾ। ਉਹਦੇ ਬਾਅਦ ਵੀ ਸਾਨੂੰ ਵੀ ਮੈਂ ਵੀ ਆਪਣਾ ਮਾਸਕ ਨੂੰ ਲਾ ਕੇ ਤੁਹਾਡੀ ਇੰਟਰਵਿਊ ਕਰ ਰਿਹਾ ਹੈਗਾ, ਕਿਉਂਕਿ ਮਤਲਬ ਮੇਰੀ ਆਵਾਜ਼ ਵੀ ਹੁੰਦਾ ਨਹੀਂ, ਤੁਹਾਨੂੰ ਕਲੈਰਿਟੀ ਆਉਂਦੀ ਸੀ। ਤੁਹਾਡਾ ਸਭ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਹਾਂਜੀ, ਜਿੱਦਾਂ ਜੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਸਾਡੇ ਕੋਲ ਲੇਟੈਸਟ ਡੈਂਟਲ ਇਕਵਿਪਮੈਂਟ ਹੈਗੇ ਜਿਹਦੇ ਨਾਲ ਅਸੀਂ ਪੇਸ਼ੈਂਟਸ ਦੇ ਨਾਲ ਕਮਿਊਨੀਕੇਟ ਕਰਦੇ ਹਾਂ ਤੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਬੈਸਟ ਟ੍ਰੀਟਮੈਂਟ ਆਪਾਂ ਪ੍ਰੋਵਾਈਡ ਕਰਦੇ ਹਾਂ, ਆਫਰ ਕਰਦੇ ਹਾਂ। ਲਓ ਜੀ, ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਪੇਸ਼ੈਂਟਸ ਦੇ ਨਾਲ ਕਮਿਊਨੀਕੇਟ ਕਰਨਾ। ਪੇਸ਼ੈਂਟਸ ਨੂੰ ਐਕਸ-ਰੇ ਦੇ ਥਾਣੀ ਕਮਿਊਨੀਕੇਟ ਕਰੀਦਾ ਆ, ਪੇਸ਼ੈਂਟਸ ਨੂੰ ਫੋਟੋਗ੍ਰਾਫ ਦੇ ਥਾਣੀ ਕਮਿਊਨੀਕੇਟ ਕਰੀਦਾ ਆ। ਲਓ ਜੇ ਆਪਾਂ ਫੋਟੋਗ੍ਰਾਫ ਦੀ ਗੱਲ ਕਰੀਏ ਜੀ, ਇਹ ਆਪਣੇ ਕੋਲ ਜਿੱਦਾਂ ਤੁਸੀਂ ਦੇਖ ਸਕਦੇ ਹੋ DSLR ਕੈਮਰਾ ਹੈਗਾ। ਇਹਦੇ ਅਸੀਂ ਜੇ ਸਿੰਪਲ ਖੋੜ ਲੱਗੀ ਹੋਵੇ ਤਾਂ, ਦੰਦ ਟੁੱਟਿਆ ਹੋਵੇ ਤਾਂ, ਕਰੇੜਾ ਜੰਮਿਆ ਹੋਵੇ ਤਾਂ, ਸਾਰੀ ਚੀਜ਼ਾਂ ਆਪਾਂ ਇੱਕ ਵਾਰੀ ਪੇਸ਼ੈਂਟ ਨੂੰ ਫੋਟੋ ਖਿੱਚ ਕੇ ਦਿਖਾ ਦਈਦੀ ਹੈ ਕਿ ਆਹ ਦੇਖੋ ਤੁਹਾਡਾ ਇਹ ਹੈਗਾ। ਹਾਈ ਰੈਜ਼ੋਲੂਸ਼ਨ ਫੋਟੋ ਹੁੰਦੀ, ਪੇਸ਼ੈਂਟ ਨੂੰ ਸਮਝ ਆਉਂਦਾ ਹੈ। ਟ੍ਰੀਟਮੈਂਟ ਤੋਂ ਪਹਿਲਾਂ ਦਿਖਾਉਂਦੇ ਆ, ਟ੍ਰੀਟਮੈਂਟ ਤੋਂ ਬਾਅਦ ਦਿਖਾਉਂਦੇ ਆ, ਤੇ ਪੇਸ਼ੈਂਟ ਨੂੰ ਪਤਾ ਲੱਗਦਾ ਹੈ। ਕਿਉਂਕਿ ਜੀ ਜੇ ਆਪਾਂ ਕਿਸੇ ਦਾ ਪੇਸ਼ੈਂਟ ਨੂੰ ਟ੍ਰੀਟ ਕਰ ਰਹੇ ਹਾਂ, ਉਹਨੂੰ ਤਾਂ ਇਹ ਪਤਾ ਲੱਗ ਰਿਹਾ ਕਿ ਡੈਂਟਿਸਟ ਮੈਨੂੰ ਟ੍ਰੀਟ ਕਰ ਰਿਹਾ, ਇਹ ਨਹੀਂ ਪਤਾ ਲੱਗ ਰਿਹਾ ਕਿ ਕੀਤਾ ਕੀ ਹੈ। ਸੋ ਉਹ ਆਪਾਂ ਪਹਿਲਾਂ ਇਹਦੇ ਨਾਲ ਕਮਿਊਨੀਕੇਟ ਕਰਦੇ ਹਾਂ। ਸੈਕਿੰਡ ਜੀ, ਆਪਣੇ ਕੋਲ ਇੱਥੇ ਹੈਗਾ ਡੈਂਟਲ ਮਾਈਕਰੋਸਕੋਪ ਹੈਗਾ। ਜਿੱਦਾਂ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਆਹ ਮਾਈਕਰੋਸਕੋਪ ਪਿਆ ਹੈ ਜੀ। ਦਿਸ ਇਜ਼ ਵਨ ਆਫ ਦ ਮੋਸਟ ਐਡਵਾਂਸ ਲੈਬੋਮੇਡ ਮਾਈਕਰੋਸਕੋਪ ਹੈਗਾ ਜੀ, ਅਮਰੀਕਾ ਦਾ ਮਾਈਕਰੋਸਕੋਪ ਹੈਗਾ। ਇਹ ਸਭ ਤੋਂ ਜ਼ਿਆਦਾ ਆਧੁਨਿਕ ਜਾਂ ਫਿਰ ਲੇਟੈਸਟ ਟੈਕਨੋਲੋਜੀ ਦਾ ਮਾਈਕਰੋਸਕੋਪ ਹੈਗਾ। ਇਹਦੇ ਨਾਲ ਆਪਾਂ ਦੰਦ ਨੂੰ 25 ਗੁਣਾ ਵੱਡਾ ਦੇਖ ਸਕਦੇ ਹੋ, ਬਹੁਤ ਹੀ ਵੱਡਾ ਸਾਈਜ਼ ਦਾ ਦੰਦ ਦਿਸਦਾ ਹੈ। ਤੇ ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਡਾਇਗਨੋਸਿਸ ਜਾਂ ਫਿਰ ਟ੍ਰੀਟਮੈਂਟ ਪਲੈਨਿੰਗ ਸਾਨੂੰ ਬਹੁਤ ਸੌਖਾ ਹੋ ਜਾਂਦਾ ਹੈ। ਅਸੀਂ ਕੋਈ ਵੀ ਚੀਜ਼ ਮਿਸ ਨਹੀਂ ਕਰਦੇ, ਭਾਵੇਂ ਰੂਟ ਕਨਾਲ ਟ੍ਰੀਟਮੈਂਟ ਦੇ ਵਿੱਚ ਕਨਾਲ ਮਿਸ ਹੁੰਦਾ ਹੋਵੇ ਜਾਂ ਫਿਰ ਦੰਦ ਦੇ ਵਿੱਚ ਖੋੜ ਲੱਗੀ ਰਹਿ ਜਾਂਦੀ ਹੋਵੇ ਜਿਹੜੀ ਨੇਕਡ ਆਈਜ਼ ਨਹੀਂ ਪਰਸੀਵ ਕਰ ਸਕਦੀਆਂ, ਦੰਦ ਦੇ ਵਿੱਚ ਕੁਝ ਵੀ ਕਿਸੇ ਵੀ ਤਰੀਕੇ ਦਾ ਗਮਸ ਮਸੂੜਿਆਂ ਦੇ ਵਿੱਚ ਇਨਫੈਕਸ਼ਨ ਹੋਵੇ, ਸਾਰਾ ਅਸੀਂ ਇਹਦੇ ਨਾਲ ਦੇਖ ਕੇ
ਟ੍ਰੀਟਮੈਂਟ ਕਰ ਸਕਦੇ ਹਾਂ। ਸੈਕਿੰਡ, ਇਹਦੇ ਨਾਲ ਟ੍ਰੀਟਮੈਂਟ ਜਦੋਂ ਅਸੀਂ ਕਰ ਰਹੇ ਹੁੰਦੇ ਆ, ਆਪਾਂ ਪੇਸ਼ੈਂਟ ਦੀ ਵੀਡੀਓ ਵੀ ਬਣਾ ਸਕਦੇ ਹਾਂ, ਪੇਸ਼ੈਂਟ ਨੂੰ ਦਿਖਾ ਸਕਦੇ ਹਾਂ ਕਿ ਕੀ ਟ੍ਰੀਟਮੈਂਟ ਹੋਇਆ, ਫੋਟੋਗ੍ਰਾਫਸ ਕਲਿੱਕ ਕਰ ਸਕਦੇ ਹਾਂ। ਸੋ ਦਿਸ ਇਜ਼ ਦ ਸੈਕਿੰਡ ਪਾਰਟ ਆਫ ਇਕਵਿਪਮੈਂਟ। ਐਂਡ ਜੀ ਅਗਲਾ ਜੀ ਆਪਣੇ ਹਰ ਡੈਂਟਲ ਚੇਅਰ ਤੇ ਆਪਣੇ ਸਕਰੀਨ ਹੈਗੀ ਹੈ, ਜਿਹਦੇ ਨਾਲ ਅਸੀਂ ਪੇਸ਼ੈਂਟ ਦੇ ਨਾਲ ਕਮਿਊਨੀਕੇਟ ਕਰਦੇ ਹਾਂ, ਫੋਟੋਗ੍ਰਾਫਸ ਖਿੱਚੀਆਂ, ਐਕਸਰੇ ਲਿੱਤੇ ਜਾਂ ਫਿਰ ਕੁਝ ਵੀ ਹੋਰ ਪੇਸ਼ੈਂਟ ਨੂੰ ਕਮਿਊਨੀਕੇਟ ਕਰਨਾ ਹੈ, ਪੇਸ਼ੈਂਟ ਨੂੰ ਡਾਇਰੈਕਟਲੀ ਸਕਰੀਨ ਤੇ ਦਿਖਾਉਂਦੇ ਹਾਂ। ਵੀ ਨੋ ਲੋਂਗਰ ਯੂਜ਼ ਜਿਹੜੀ ਪਹਿਲਾਂ ਐਕਸਰੇ ਫਿਲਮਸ ਹੁੰਦੀਆਂ ਸੀਗੀਆਂ, ਛੋਟੀ ਜਿਹੀ ਫਿਲਮਸ, ਉਹਦੇ 'ਚ ਦੰਦ ਇੰਨਾ ਛੋਟਾ ਜਿਹਾ ਦਿਸਦਾ ਹੁੰਦਾ ਸੀ, ਹੁਣ ਇੱਕ ਇੱਕ ਦੰਦ ਪੂਰੀ ਸਕਰੀਨ ਤੇ ਆਉਂਦਾ ਹੈ। ਪੇਸ਼ੈਂਟ ਨੂੰ ਚੰਗੀ ਤਰੀਕੇ ਨਾਲ ਅਸੀਂ ਕਮਿਊਨੀਕੇਟ ਕਰਦੇ ਹਾਂ ਕਿ ਕੀ ਇਹਦੇ ਦੰਦ 'ਚ ਪ੍ਰੋਬਲਮ ਹੈਗੀ ਅਤੇ ਕੀ ਅੱਗੇ ਆਪਾਂ ਨੂੰ ਕਰਨਾ ਚਾਹੀਦਾ ਹੈਗਾ ਜੀ। ਅਗਲਾ ਆਪਣੇ ਕੋਲ ਇਹ ਹੈਗਾ ਪੈਂਟਾਮਿਕਸ ਯੂਨਿਟ। ਇਹਦੇ 'ਚ ਜਿਹੜੀ ਮਟੀਰੀਅਲ ਮਿਕਸ ਕਰਦੇ ਹਾਂ, ਜੇ ਆਪਾਂ ਦੰਦਾਂ ਦਾ ਨਾਪ ਲੈਣਾ ਜਾਂ ਕੋਈ ਵੀ ਚੀਜ਼ ਆਪਾਂ ਕਰਨੀ ਹੈ, ਇਹਦੇ 'ਚ ਆਟੋਮੈਟਿਕ ਮਿਕਸਰ ਹੈਗਾ। ਇਹਦੇ ਨਾਲ ਮਿਕਸ ਹੋ ਕੇ ਬਿਲਕੁਲ ਯੂਨੀਫਾਰਮ ਮਿਕਸਿੰਗ ਹੁੰਦੀ ਹੈ, ਫਾਸਟ ਮਿਕਸਿੰਗ ਹੁੰਦੀ ਹੈ, ਹੈਂਡਸ ਦਾ ਕੰਟੈਮੀਨੇਸ਼ਨ ਨਹੀਂ ਰਹਿੰਦਾ ਮਿਕਸਿੰਗ ਕਰਦੇ ਵੇਲੇ। ਸਾਰੇ ਫਾਇਦੇ ਆਪਾਂ ਨੂੰ ਇਹਦੇ ਨਾਲ ਮਿਲਦੇ ਹੈਗੇ ਆ। ਤੇ ਸਾਡੇ ਕੋਲ ਜੀ ਨੈਕਸਟ ਹੈਗੀ ਇਲੈਕਟ੍ਰੋਕੌਟਰੀ ਯੂਨਿਟ ਹੈਗੀ ਆ, ਜਿਹਦੇ ਨਾਲ ਅਸੀਂ ਕੋਈ ਵੀ ਗਮਸ ਨੂੰ ਰਿਸੈਕਸ਼ਨ ਕਰਨਾ ਹੈ, ਕੱਟ ਕਰਨਾ ਹੈ, ਜਾਂ ਕੋਈ ਵੀ ਐਨੀ ਅਦਰ ਇਲੈਕਟ੍ਰੋਕੌਟਰੀ ਰਿਲੇਟਡ ਪ੍ਰੋਸੀਜਰ ਅਸੀਂ ਆਰਾਮ ਦੇ ਨਾਲ ਕਰ ਸਕਦੇ ਹਾਂ। ਪੋਰਟੇਬਲ ਹੈਗਾ, ਇਹ ਰਿਮੂਵ ਕਰ ਦਿੰਦਾ ਸਾਨੂੰ BP ਬਲੇਡ, ਜਿਹੜਾ ਬਲੇਡ ਦੇ ਨਾਲ ਅਸੀਂ ਕੱਟ ਕੇ ਚੀਰਾ ਲਾਉਂਦੇ ਹਾਂ, ਜਿਹਦੇ ਨਾਲ ਇਨਫੈਕਸ਼ਨ ਵੀ ਹੋ ਸਕਦਾ, ਬਲੱਡ ਨਿਕਲ ਸਕਦਾ, ਸਵੈਲਿੰਗ ਹੋ ਸਕਦੀ, ਉਹ ਸਾਰੀ ਚੀਜ਼ਾਂ ਇਹਦੇ ਨਾਲ ਹਟ ਜਾਂਦੀਆਂ ਤੇ ਬਹੁਤ ਕੁਇਕ ਪ੍ਰੋਸੀਜਰ ਹੁੰਦਾ। ਤੇ ਜੀ ਆਪਾਂ ਲੇਜ਼ਰ ਦੇ ਬਾਰੇ ਗੱਲ ਕੀਤੀ ਸੀਗੀ, ਆਹ ਹੈਗੀ ਸਾਡੀ ਲੇਜ਼ਰ। ਇਹ ਜੀ ਆਪਣੀ ਦਿਸ ਇਜ਼ ਦ ਬੈਸਟ ਇਨ ਕਲਾਸ ਐਪਿਕ ਬਾਇਓਲੇਜ਼ ਦੀ ਲੇਜ਼ਰ ਹੈਗੀ ਆ। ਐਂਡ ਜੀ ਦਿਸ ਇਜ਼ ਇੰਪੋਰਟਡ ਫਰੋਮ ਦ ਅਮਰੀਕਾ। ਤੇ ਇਹਦੇ ਨਾਲ ਜੀ ਕੀ ਹੁੰਦਾ, ਸਭ ਤੋਂ ਜ਼ਿਆਦਾ ਬੈਸਟ ਚੀਜ਼ ਇਹ ਹੈਗੀ ਆ, ਇਹਦੇ ਨਾਲ ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀਗਾ, ਕੋਈ ਵੀ ਗਮਸ ਰਿਲੇਟਡ ਪ੍ਰੋਸੀਜਰ, ਡੀਪਿਗਮੈਂਟੇਸ਼ਨ ਸਰਜਰੀਜ਼, ਬਲੀਚਿੰਗ ਜਾਂ ਕੋਈ ਵੀ ਜਿਹੜੀ ਲੇਟੈਸਟ ਟੈਕਨੋਲੋਜੀ ਆਪਣੇ ਕੋਲ ਹੈਗੀ ਹੈ, ਕੋਈ ਵੀ ਲੇਟੈਸਟ ਚੀਜ਼ ਤੁਸੀਂ ਪਰਫਾਰਮ ਕਰਨਾ ਚਾਹੁੰਦੇ ਹੋ, ਲੇਜ਼ਰਸ ਦੇ ਨਾਲ ਤੁਸੀਂ ਪਰਫਾਰਮ ਕਰ ਸਕਦੇ ਹੋ। ਬਲੱਡਲੈਸ ਸਰਜਰੀਜ਼ ਹੁੰਦੀਆਂ, ਕੋਈ ਸਟਿਚਸ ਦੇਣ ਦੀ ਲੋੜ ਨਹੀਂ ਹੈਗੀ, ਬੈਸਟ ਰਿਜ਼ਲਟ ਆਉਂਦੇ ਆ ਤੇ ਫਾਸਟੈਸਟ ਹੀਲਿੰਗ ਹੁੰਦੀ ਆ। ਕਿਤੇ ਵੀ ਖਾਣਾ ਫਸ ਰਿਹਾ, ਇਨਫੈਕਸ਼ਨ ਹੋ ਗਿਆ, ਪੌਕਟਸ ਬਣ ਗਈਆਂ, ਦੰਦਾਂ ਦੀ ਮਸੂੜੇ ਖਰਾਬ ਹੋ ਰਹੇ ਆ, ਡਿਸਇਨਫੈਕਟ ਕਰਨਾ ਸਾਰਾ ਲੇਜ਼ਰ ਦੇ ਨਾਲ ਬਹੁਤ ਵਧੀਆ ਹੋ ਸਕਦਾ ਹੈ। ਤੇ ਜੀ ਆਪਣੇ ਕੋਲ ਇਹ ਇੱਥੇ ਆਟੋਕਲੇਵ ਹੈਗਾ। ਆਟੋਕਲੇਵ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ, ਇਜ਼ ਦ ਬੈਸਟ ਮੈਥਡ ਟੂ ਸਟਰਲਾਈਜ਼। ਇਹਦੇ ਜੇ ਆਪਾਂ ਆਟੋਕਲੇਵ ਕਰਤਾ ਤੇ ਕਿਸੇ ਵੀ ਪ੍ਰਕਾਰ ਦੇ ਵਿੱਚ ਕੋਈ ਵੀ ਇਨਫੈਕਸ਼ਨ ਅੰਦਰ ਨਹੀਂ ਰਹਿ ਸਕਦਾ ਜੀ। ਤੇ ਇਹ ਸਾਡੇ ਕੋਲ ਆਟੋਕਲੇਵ ਪਿਆ ਹੈਗਾ। ਐਂਡ ਇਹ ਜੀ ਟਾਈਪ B ਆਟੋਕਲੇਵ ਹੈਗਾ। ਆਟੋਕਲੇਵਸ ਦੀ ਵੀ ਅੱਡ ਰਕਮ ਆਉਂਦੀਆਂ। ਇਹ ਜਿਹੜਾ ਟਾਈਪ B ਆਟੋਕਲੇਵ ਹੈਗਾ, ਦਿਸ ਇਜ਼ ਬੈਸਟ ਇਨ ਕਲਾਸ ਆਟੋਕਲੇਵ। ਇੰਡੀਆ ਦੇ ਵਿੱਚ ਹੀ ਨਹੀਂ, ਆਲ ਓਵਰ ਦ ਵਰਲਡ ਟਾਈਪ B ਆਟੋਕਲੇਵ ਇਜ਼ ਵਨ ਆਫ ਦ ਬੈਸਟ in terms of sterilization। ਕਿੰਨੀ ਫਾਸਟ ਸਟਰਲਾਈਜ਼ ਕਰਦਾ, ਕਿੰਨੀ ਫਾਸਟ ਡਿਸਇਨਫੈਕਟ ਕਰਦਾ, ਤੇ ਇਹ ਤੋਂ ਬਾਅਦ ਆਪਾਂ ਕੋਈ ਵੀ ਉਹਦੇ 'ਚ ਇਨਫੈਕਸ਼ਨ ਨਹੀਂ ਰਹਿ ਜਾਂਦਾ। ਸਾਰੇ ਸਭ ਤੋਂ ਟਫ ਸਟੇਨਸ ਜਿਹੜੇ ਹੈ ਡਿਸਟਰੋਏ ਹੋ ਜਾਂਦੇ ਆ ਆਪਣੇ ਇੰਸਟਰੂਮੈਂਟਸ ਦੇ ਵਿੱਚ ਜੀ। ਅਗਲਾ ਸਾਡੇ ਕੋਲ ਇਹ ਤੁਸੀਂ ਦੇਖ ਸਕਦੇ ਹੋ, ਐਂਡੋਮੋਟਰ ਹੈਗੀ ਆ ਪਈ ਆ ਤੁਹਾਡੇ ਸਾਹਮਣੇ। ਇਹ ਸਾਡੇ ਕੋਲ ਯੂਨਿਟ ਹੁੰਦਾ ਜਿਹਦੇ ਨਾਲ ਆਪਾਂ ਰੂਟ ਕੈਨਾਲ ਟ੍ਰੀਟਮੈਂਟ ਕਰੀਦਾ ਆ। ਤੇ ਇਹਦੇ ਨਾਲ ਜੀ ਸਭ ਤੋਂ ਜ਼ਿਆਦਾ ਫਾਇਦਾ ਇਹ ਹੋ ਜਾਂਦਾ, ਆਪਾਂ ਵੀ ਕੈਨ ਡੂ ਸਮਥਿੰਗ ਕਾਲਡ ਸਿੰਗਲ ਸਿਟਿੰਗ ਰੂਟ ਕੈਨਾਲ ਟ੍ਰੀਟਮੈਂਟਸ। ਫਾਸਟ ਰੂਟ ਕੈਨਾਲ ਟ੍ਰੀਟਮੈਂਟ ਪੌਣੇ ਕੁ ਘੰਟੇ 'ਚ ਰੂਟ ਕੈਨਾਲ ਟ੍ਰੀਟਮੈਂਟ ਖਤਮ ਹੋ ਜਾਂਦਾ ਆ। ਕਿਸੇ ਵੀ ਤਰੀਕੇ ਦੇ ਬਾਅਦ 'ਚ ਕੋਈ ਵੀ ਪੇਨ ਨਹੀਂ ਰਹਿੰਦੀ। ਬਹੁਤ ਹੀ ਵਧੀਆ ਰਿਜ਼ਲਟ ਹੈਗੇ। ਮੋਰ ਦੈਨ 90% ਸਕਸੈਸ ਰੇਟ ਹੈਗੀ ਆਫਟਰ ਯੂਜ਼ਿੰਗ ਦਿਸ ਪਾਰਟਿਕੂਲਰ ਇਕਵਿਪਮੈਂਟ ਫॉर ਦ ਟ੍ਰੀਟਮੈਂਟ ਰੂਟ ਕੈਨਾਲ ਟ੍ਰੀਟਮੈਂਟ ਦੇ ਲਈ। ਤੇ ਜੀ ਸਾਡੇ ਕੋਲ ਹੈਗਾ ਕੌਨਸ਼ੀਅਸ ਸੈਡੇਸ਼ਨ ਯੂਨਿਟ ਹੈਗਾ। ਇਹਨੂੰ ਕਾਫੀ ਕਾਮਨਲੀ ਲੋਕੀ ਲਾਫਿੰਗ ਗੈਸ ਆਉਂਦੇ ਆ। ਜਿਹੜੇ ਬਾਹਰੋਂ ਲੋਕੀ ਆਉਂਦੇ ਸਭ ਤੋਂ ਪਹਿਲਾਂ ਪੁੱਛਦੇ, ਡਾਕਟਰ ਸਾਹਿਬ ਤੁਹਾਡੇ ਕੋਲ ਲਾਫਿੰਗ ਗੈਸ ਹੈਗੀ ਆ? ਐਂਡ ਜੇ ਅਸੀਂ ਉਹਨਾਂ ਨੂੰ ਕਹਿ ਦਈਏ ਕਿ ਹਾਂਜੀ ਹੈਗੀ ਆ, ਦੇ ਆਰ ਵੈਰੀ ਹੈਪੀ। ਦ ਪੁਆਇੰਟ ਇਜ਼ ਨਾਟ ਕਿ ਬਾਹਰ ਵਾਲੇ ਲੋਕਾਂ ਨੂੰ ਖੁਸ਼ ਕਰਨਾ। ਦ ਪੁਆਇੰਟ ਇਜ਼ ਕਿ ਆਪਾਂ ਟ੍ਰੀਟਮੈਂਟ ਦੇਣਾ ਹੈ ਜਿਹਦੇ 'ਚ ਐਂਗਜ਼ਾਈਟੀ ਰਿਡਿਊਸ ਹੋ ਜਾਵੇ। ਨਾਰਮਲੀ ਡੈਂਟਿਸਟ ਕੀ ਕਰਦੇ ਆ ਕਿ ਪੇਸ਼ੈਂਟ ਨੂੰ, ਜਿੱਦਾਂ ਬੱਚੇ ਆਉਂਦੇ ਸਪੈਸ਼ਲੀ, ਆਉਣ ਤੋਂ ਪਹਿਲਾਂ ਬੱਚੇ ਨੂੰ ਦਵਾਈ ਦੇ ਦਿੰਦੇ ਆ ਕਿ ਬੱਚਾ ਥੋੜ੍ਹਾ ਐਂਗਜ਼ਾਈਟੀ ਘੱਟ ਜੇ, ਥੋੜ੍ਹਾ ਜਿਹਾ ਸਿਡੇਟਡ ਹੋ ਜੇ। ਬਟ ਦਵਾਈ ਦੇਣ ਦਾ ਸਭ ਤੋਂ ਵੱਡੀ ਪ੍ਰੋਬਲਮ ਨੰਬਰ 1 ਇਜ਼ ਸਾਈਡ ਇਫੈਕਟ। ਜੇ ਆਪਾਂ ਕੋਈ ਵੀ ਗੋਲੀ ਦਿੱਤੀ, ਉਹਦਾ ਘੱਟੋ ਘੱਟ ਪਹਿਲੀ ਗੱਲ ਅਸਰ ਰਹੂਗਾ 8 ਘੰਟੇ, 8 ਤੋਂ 10 ਘੰਟੇ। ਸੈਕਿੰਡ, ਉਹਦਾ ਸਾਈਡ ਇਫੈਕਟ ਹੋਊਗਾ। ਇਹਦੇ ਨਾਲ ਸਭ ਤੋਂ ਵੱਡਾ ਇਹ ਆ ਕਿ ਜਦੋਂ ਆਪਾਂ ਟ੍ਰੀਟਮੈਂਟ ਸ਼ੁਰੂ ਕਰਨਾ, ਉਦੋਂ ਆਪਾਂ ਇੰਡਿਊਸ ਕਰਨੀ ਹੈ ਨਾਈਟਰਸ ਆਕਸਾਈਡ। ਇਹਦੇ 'ਚ ਗੈਸ ਹੁੰਦੀ ਹੈ ਜੀ। ਬੱਚਾ ਖੁਸ਼ ਇੱਦਾਂ ਹੱਸਣਾ ਸ਼ੁਰੂ ਕਰ ਦਿੰਦਾ ਹੈ। ਸੀਰੀਅਸਲੀ ਬੱਚਾ ਹੱਸਣਾ ਸ਼ੁਰੂ ਕਰ ਦਿੰਦਾ, ਬੇਹੋਸ਼ ਨਹੀਂ ਹੁੰਦਾ। ਸੋ ਪੇਰੈਂਟਸ ਸਾਹਮਣੇ ਬੈਠੇ ਬਹੁਤ ਰਿਲੈਕਸ ਫੀਲ ਕਰਦੇ, ਦੇਖੋ ਜੀ ਸਾਡਾ ਬੱਚਾ ਹੀ ਅੱਖਾਂ ਖੋਲ੍ਹ ਕੇ ਦੇਖ ਰਿਹਾ ਹੈ, ਕਮਾਂਡਸ ਨੂੰ ਓਬੇ ਕਰ ਰਿਹਾ। ਜੇ ਤੁਸੀਂ ਕਹੋਗੇ ਮੂੰਹ ਖੋਲੋ, ਬੱਚਾ ਮੂੰਹ ਖੋਲੂਗਾ। ਮੂੰਹ ਬੰਦ ਕਰੋ, ਸਾਹ ਲਓ, ਤੇਜ਼ ਸਾਹ ਲਓ, ਬੇਟੇ ਤੁਸੀਂ ਠੀਕ ਹੋ, ਉਹ ਕਹੂਗਾ ਹਾਂਜੀ ਮੈਂ ਠੀਕ ਆ। ਸੋ ਪੇਰੈਂਟਸ ਨੂੰ ਦੇਖ ਕੇ ਸਾਹਮਣੇ ਬੱਚਾ ਤੁਹਾਡਾ ਬੋਲ ਰਿਹਾ, ਬੱਚਾ ਖੁਸ਼ ਹੈ, ਆਰਾਮ ਨਾਲ ਟ੍ਰੀਟਮੈਂਟ ਕਰਾ ਰਿਹਾ। ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਆ? ਕੋਈ ਬੇਹੋਸ਼ੀ ਨਹੀਂ ਹੁੰਦੀ, ਆਰਾਮ ਨਾਲ ਟ੍ਰੀਟਮੈਂਟ ਕਰਾ ਦਿੰਦੇ ਆ, ਐਂਗਜ਼ਾਇਟੀ ਘੱਟ ਹੋ ਜਾਂਦੀ ਹੈ। ਟ੍ਰੀਟਮੈਂਟ ਆਊਟਕਮ ਇਹਦਾ ਬਹੁਤ ਵਧੀਆ ਹੁੰਦਾ ਹੈ।
ਤੇ ਜੀ ਆ ਜੀ ਜਿੱਥੇ ਆਪਾਂ ਹਲੇ ਖੜੇ ਆ ਆ ਜੀ ਆਪਣਾ ਐਕਸ-ਰੇ ਪੂਰਾ ਯੂਨਿਟ ਸੈਂਟਰਲ ਰੂਮ ਹੈਗਾ। ਇਹ ਵੱਡੀ ਮਸ਼ੀਨ ਹੈਗੀ ਸਾਡੇ ਫੁੱਲ ਮਾਊਥ ਐਕਸ-ਰੇਜ਼ ਲੈਣ ਦੇ ਲਈ। ਜਦੋਂ ਵੀ ਆਪਾਂ ਕਿਸੇ ਦਾ ਵੀ ਪੇਸ਼ੈਂਟ ਦਾ ਟ੍ਰੀਟਮੈਂਟ ਫੁੱਲ ਮਾਊਥ ਪਲਾਨ ਕਰਨਾ ਹੈ, ਇੰਪਲਾਂਟ ਪਾਣੇ ਆ, ਕਿਸੇ ਵੀ ਹੋਰ ਰਕਮ ਦਾ ਆਪਾਂ ਟ੍ਰੀਟਮੈਂਟ ਕਰਨਾ ਹੈ ਤੇ ਇਹ ਬਹੁਤ ਹੈਂਡੀ ਆਉਂਦਾ ਹੈ। ਜਾਂ ਫਿਰ ਆਪਾਂ ਦੇਖਣਾ ਹੈ ਕਿ ਕਈ ਬੱਚਿਆਂ ਦੀ 10-11 ਸਾਲ ਤੇ ਮਿਕਸ ਡੈਂਟੇਸ਼ਨ ਹੁੰਦੀ ਹੈ, ਕਦੇ ਅੱਧੇ ਦੰਦ ਕੱਚੇ ਹੁੰਦੇ ਆ, ਅੱਧੇ ਦੰਦ ਪੱਕੇ ਹੁੰਦੇ ਆ, ਕਿ ਪੱਕੇ ਦੰਦ ਠੀਕ ਆ ਰਹੇ ਆਪਣੀ ਥਾਂ ਤੇ ਜਾਂ ਫਿਰ ਕੱਚੇ ਦੰਦ ਕਦੋਂ ਕੁ ਡਿੱਗ ਰਹੇ ਆ, ਉਹ ਸਾਰਾ ਦੇਖਣਾ ਹੁੰਦਾ ਅਸੀਂ ਤੇ ਇਹਦੇ ਨਾਲ ਅਸੀਂ ਬੈਸਟ ਦੇਖ ਸਕਦੇ ਹਾਂ। ਤੇ ਸੈਕਿੰਡ ਜੀ ਆਪਣੇ ਕੋਲ ਆ ਹੈਗਾ पोर्टेबल एक्सरे यूनिट हैगा। ये जिथे भी जाके तुसी रूट कैनाल कर रहे हो या दंद 'ਚ कोई भी खोड़ लगी हुई है तुसी जाके उत्थे जाके तुसी शूट कर सकते हो एक्सरे। ये AERB नॉर्म्स अप्रूव्ड हैगा, एटॉमिक एनर्जी रेगुलेटरी बोर्ड, ते परफेक्टली सेफ हैगा पेशेंट्स दे लई, डॉक्टर्स दे लई, ईवन फॉर प्रेगनेंट फीमेल्स नॉट अ प्रॉब्लम। तो ਇਹਦੇ ਨਾਲ ਅਸੀਂ शूट करके ਆਪਾਂ ਵਧੀਆ एक्सरे ਲੈ ਸਕਦੇ ਹਾਂ। ਸੈਕਿੰਡ ਜੀ ਜਦੋਂ ਆਪਾਂ ਐਕਸਰੇ ਲਈਦਾ ਉਹਨੂੰ ਇਸ ਪਾਰਟਿਕੂਲਰ ਸਕੈਨ ਦੇ ਜ਼ਾਇਓ ਸਕੈਨ ਦੇ ਵਿੱਚ ਆਪਾਂ ਪ੍ਰੋਸੈਸ ਕਰਦੇ ਹਾਂ ਐਕਸਰੇ। ਤੇ ਇਹਦੇ ਪ੍ਰੋਸੈਸ ਕਰਨ ਤੋਂ ਬਾਅਦ ਸਾਡਾ ਐਕਸਰੇ ਕੰਪਲੀਟ ਸਕਰੀਨ ਦੇ ਉੱਤੇ ਸਾਡਾ ਐਕਸਰੇ ਡਿਸਪਲੇ ਹੋ ਜਾਂਦਾ ਹੈ, ਜਿਹਦੇ ਨਾਲ ਅਸੀਂ ਪੂਰੀ ਪੇਸ਼ੈਂਟ ਨੂੰ ਡਾਇਗਨੋਸਿਸ ਦੇ ਸਕਦੇ ਕਿ ਆਹ ਤੁਹਾਡਾ ਦੰਦ ਹੈਗਾ, ਇਹਦੇ 'ਚ ਆਹ ਪ੍ਰੋਬਲਮ ਹੈਗੀ ਹੈ।